जिस तरह कलाम दे विच लिखिया कि 9 गल्लां हर एक इंसान नूं जिहड़ियां जाननियां बड़ियां ही जरूरी ने। 9 गल्लां जिहड़ियां ने बाइबल दे विच लिखियां गईयां ने और ये सच्चाई जिहड़ी आ हर एक इंसान नूं जिहड़ी पता होनी बड़ी ही जरूरी है। अगर असी कलाम नूं पढ़दे नहीं ਜਾਂ कलाम ਨੂੰ ਜਾਣਦੇ ਨਹੀਂ ਫਿਰ ਸਾਨੂੰ ਇਸ ਸੱਚਾਈ ਦਾ ਵੀ ਪਤਾ ਨਹੀਂ ਹੋਵੇਗਾ ਕਿ ਕਲਾਮ ਦੇ ਵਿੱਚ ਕੀ ਕੀ ਲਿਖਿਆ ਵਾ। ਪਰ ਜਿਹੜੀਆਂ 9 ਗੱਲਾਂ ਨੇ ਇਹ ਸਾਨੂੰ ਜਾਣਨੀਆਂ ਬਹੁਤ ਹੀ ਜ਼ਰੂਰੀ ਨੇ। ਇਸ ਕਰਕੇ ਅਸੀਂ ਅੱਜ ਕਲਾਮ ਦੇ ਵਿੱਚੋਂ ਦੇਖਾਂਗੇ ਕਿ 9 ਸੱਚਾਈਆਂ ਜਿਹੜੀਆਂ ਨੇ ਬਾਈਬਲ ਦੇ ਵਿੱਚ ਰਿਕਾਰਡ ਹੋਈਆਂ ਨੇ और वो 9 सच्चाइयां किहड़ियां ने असी उन्हां वचनां नूं वेखांगे क्योंकि लिखिया कि 9 सच्चाइयां सारियां नूं ही मन्नणियां पैणियां ने। जिहड़ियां 9 सच्चाइयां बाइबल दे विच रिकॉर्ड होईयां ने ये हर एक नूं मन्नणियां पैणियां ने। जो कोई इस धरती दे उत्ते आया जिन्ना भी समा उन्हें इस धरती दे उत्ते बिताया वा और जिन्ने समय ਲਈ परमेश्वर ने ਉਹਨੂੰ ਇਸ ਧਰਤੀ ਦੇ ਉੱਤੇ ਭੇਜਿਆ ਵਾ ਉਹਨੂੰ ਇਹ 9 ਗੱਲਾਂ ਜਿਹੜੀਆਂ ਨੇ ਉਹ ਮੰਨਣੀਆਂ ਹੀ ਪੈਣੀਆਂ ਨੇ। ਹਾਲੇਲੂਇਆ। ਸੋ ਅਸੀਂ ਜਿਸ ਤਰ੍ਹਾਂ ਮੱਤੀ ਦੀ ਕਿਤਾਬ ਉਹਦਾ 4 ਦੇ 4 ਵਿੱਚ ਲਿਖਿਆ ਪਰ ਉਹਨੇ ਉੱਤਰ ਦਿੱਤਾ ਜੋ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ ਕਿ ਮਨੁੱਖ ਇਕੱਲਾ ਰੋਟੀ ਨਾਲ ਨਹੀਂ ਜਿਉਂਦਾ ਰਹਿੰਦਾ ਪਰ ਹਰ ਇੱਕ ਵਚਨ ਨਾਲ ਜੋ ਪਰਮੇਸ਼ਰ ਦੇ ਮੁਖ ਦੇ ਵਿੱਚੋਂ ਨਿਕਲਦਾ ਹੈ। ਕਲਾਮ ਦੇ ਵਿੱਚ ਲਿਖਿਆ ਕਿ ਇਨਸਾਨ ਰੋਟੀ ਨਾਲ ਜਿਉਂਦਾ ਨਹੀਂ ਰਹਿੰਦਾ, ਇਨਸਾਨ ਜਿਉਂਦਾ ਰਹਿੰਦਾ ਤੇ ਪਰਮੇਸ਼ਰ ਦੇ ਵਚਨ ਦੇ ਜਰੀਏ ਜਿਉਂਦਾ ਰਹਿੰਦਾ। ਇਨਸਾਨ ਇਸ ਧਰਤੀ ਦੇ ਉੱਤੇ ਜਿੰਦਾ ਵਾ ਤੇ ਉਹ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਜਿੰਦਾ ਵਾ। ਜਦੋਂ ਅਸੀਂ ਪਹਿਲਾ ਤਿਮੋਥੀਅਸ ਉਹਦਾ पहला अध्याय वचन 3 पढ़ते हैं उस जगह देते लिखिया पहला तिमोथियस हिंदी दे विच लिखिया कि मदुनिया जाते समय तुझे समझाया था कि इसलिए इफसुस में रहकर कितनों को आज्ञा दे कि किसी और प्रकार की शिक्षा ना दे। पौलुस रसूल तिमोथियस दे विच लिखिया कि कहंदा कि जदों मैं मकदूनिया नूं चलिया तो जांदिया जांदिया मैं अफसोस दे विच रहंदिया होया लोकां नूं कहा कि तुसी किसी होर प्रकार की सिक्ख्या जिहड़ी आ ओह ना लैनी, किसी होर प्रकार की सिक्ख्या ना लैनी। यीशु की शिक्षा, पतरस की शिक्षा, पौलुस की शिक्षा ते पहली सदी की शिक्षा ये बिल्कुल इको जिया शिक्षा ही, इन्हां दे विच कोई मिलावट नहीं सी। यीशु ने जो सिखाया, पतरस ने वो सिखाया, पौलुस ने वो सिखाया, पहली सदी के जिन्ने सेवक ही उन्होंने वो सिखाया, यानी कि बिल्कुल सेम टू सेम उही गल्लां दसियां जो वचन दे विच हैगियां। हालेलुया। सेम टू सेम उही गल्लां जो वचन दे विच हैगियां हैं। लिखिया कि 9 सच्चाइयां हर एक इंसान नूं जाननियां बहुत ही जरूरी ने। इब्रानियां दी किताब ओदा 11 अध्याय वचन 6 दे विच लिखिया क्योंकि परमेश्वर नूं दे कोल आउण वाले नूं विश्वास करना चाहिदा है कि वो है। पहली गल लिखी कि परमेश्वर है और इब्रानियां दे विच पौलुस रसूल इस गल नूं बयान करदा क्योंकि परमेश्वर दे कोल आउण वाले नूं यह विश्वास करना चाहिदा है कि वो है, यानी कि परमेश्वर हैगा। पहली गल यह है कि परमेश्वर है। लोग कहते हैं कि कई लोग कहते हैं कि परमेश्वर है ही नहीं,
ਕੁਝ ਲੋਕ ਕਹਿੰਦੇ ਕਿ ਪਰਮੇਸ਼ਰ ਹੈ ਹੀ ਨਹੀਂ, ਅਸੀਂ ਐਵੇਂ ਹੀ ਇਸ ਧਰਤੀ ਦੇ ਉੱਤੇ ਸਿਰਫ ਆਪਣਾ ਸਮਾਂ ਬਿਤਾਉਣ ਵਾਸਤੇ ਆਏ ਆ, ਇਸ ਤੋਂ ਬਾਅਦ ਦੁਨੀਆ ਖਤਮ ਆ, ਕੁਝ ਨਹੀਂ ਹੈਗਾ, ਜੋ ਕੁਝ ਹੈਗਾ ਇੱਥੇ ਹੈਗਾ, ਪਰਮੇਸ਼ਰ ਨਹੀਂ ਹੈਗਾ। ਪਰ ਪੌਲਸ ਇਸ ਗੱਲ ਨੂੰ ਬਿਆਨ ਕਰਦਾ ਕਿਉਂਕਿ ਪਰਮੇਸ਼ਰ ਦੇ ਕੋਲ ਆਉਣ ਵਾਲੇ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਹੈ। ਜੋ ਇਨਸਾਨ ਪਰਮੇਸ਼ਰ ਦੇ ਕੋਲ ਆਉਂਦਾ ਉਹਨੂੰ ਪੂਰਾ ਵਿਸ਼ਵਾਸ ਕਰਨਾ ਪਵੇਗਾ ਕਿ ਪਰਮੇਸ਼ਰ ਹੈਗਾ। ਪਰਮੇਸ਼ਰ ਕੀ ਆ? ਹੈਗਾ। ਹਾਲੇਲੂਇਆ, ਹਾਲੇਲੂਇਆ। ਕੁਝ ਲੋਕ ਕਹਿੰਦੇ ਨੇ ਕਿ ਪਰਮੇਸ਼ਰ ਹੈ ਹੀ ਨਹੀਂਗਾ। ਕੁਝ ਲੋਕ ਇਸ ਗੱਲ ਨੂੰ ਮੰਨਦੇ ਨੇ ਕਿ ਪਰਮੇਸ਼ਰ ਕੀ ਆ? ਹੈ ਹੀ ਨਹੀਂ ਹੈ। ਔਰ ਕੁਝ ਲੋਕ ਕਹਿੰਦੇ ਨੇ ਕਿ ਪਰਮੇਸ਼ਰ ਇੱਕ ਹੀ ਆ। ਕੁਝ ਲੋਕ ਇਸ ਗੱਲ ਨੂੰ ਵੀ ਮੰਨਦੇ ਨੇ ਕਿ ਪਰਮੇਸ਼ਰ ਇੱਕੋ ਹੀ ਆ। ਸੱਜੇ ਜੋ, ਖੱਬੇ ਜੋ, ਇੱਧਰ ਜੋ, ਉੱਧਰ ਜੋ, ਪੂਰੀ ਦੁਨੀਆ ਦੇ ਉੱਤੇ ਕਿਤੇ ਵੀ ਜੋ, ਪਰਮੇਸ਼ਰ ਇੱਕੋ ਹੀ ਆ। ਪਰ ਕਲਾਮ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਕਹਿੰਦਾ ਕਿ ਤੁਸੀਂ ਆਪਣੇ ਵੈਰੀਆਂ ਦੇ ਲਈ ਕੀ ਕਰੋ? ਪ੍ਰਾਰਥਨਾ ਕਰੋ। ਕਿਸੇ ਹੋਰ ਨੇ ਨਹੀਂ ਕਿਹਾ ਕਿ ਤੁਸੀਂ ਆਪਣੇ ਵੈਰੀਆਂ ਦੇ ਲਈ ਪ੍ਰਾਰਥਨਾ ਕਰੋ। ਕਿਸੇ ਦੂਸਰੇ ਨੇ ਇਹ ਗੱਲ ਨਹੀਂ ਕਹੀ ਕਿ ਤੁਸੀਂ ਆਪਣੇ ਵੈਰੀਆਂ ਦੇ ਲਈ ਪ੍ਰਾਰਥਨਾ ਕਰੋ। ਸਿਰਫ ਪ੍ਰਭੂ ਯਿਸੂ ਮਸੀਹ ਕਹਿੰਦਾ ਜੋ ਇਨਸਾਨ ਤੁਹਾਨੂੰ ਸਤਾਉਂਦਾ, ਜੋ ਇਨਸਾਨ ਤੁਹਾਡੇ ਨਾਲ ਬੁਰਾ ਵਰਤਾਵ ਕਰਦਾ, ਤੁਸੀਂ ਉਹਦੇ ਲਈ ਕੀ ਕਰੋ? ਦੁਆ ਕਰੋ। ਤੁਸੀਂ ਉਹਦੇ ਲਈ ਦੁਆ ਕਰਨੀ ਹੈ। ਯਾਕੂਬ ਦੀ ਕਿਤਾਬ ਉਹਦਾ 2 ਅਧਿਆਇ ਵਚਨ 19 ਦੇ ਵਿੱਚ ਲਿਖਿਆ, ਤੂੰ ਨੇਚਾ ਰੱਖਦਾ ਹੈ ਜੋ ਪਰਮੇਸ਼ਰ ਇੱਕੋ ਹੈ। ਕਹਿੰਦਾ ਕਿ ਤੂੰ ਨੇਚਾ ਰੱਖਦਾ ਵਾ ਕਿ ਪਰਮੇਸ਼ਰ ਇੱਕੋ ਹੀ ਹੈ। ਤੂੰ ਨੇਚਾ ਕਰਦਾ ਕਿ ਪਰਮੇਸ਼ਰ ਹੈ, ਇੱਕੋ ਹੈ। ਤੂੰ ਇਹ ਅੱਛਾ ਕਰਦਾ। ਕਹਿੰਦਾ ਕਿ ਜਿਹੜੀ ਤੂੰ ਇਹ ਗੱਲ ਕਹਿਣਾ ਵਾ ਕਿ ਪਰਮੇਸ਼ਰ ਹੈ, ਇੱਕੋ ਹੀ ਆ, ਤੂੰ ਇਹ ਗੱਲ ਬਹੁਤ ਵਧੀਆ ਅੱਛੇ ਤਰੀਕੇ ਦੇ ਨਾਲ ਕਹਿੰਦਾ ਕਿ ਪਰਮੇਸ਼ਰ ਇੱਕੋ ਹੀ ਆ। ਵਧੀਆ ਗੱਲ ਆ। ਹਾਲੇਲੂਇਆ। ਤੂੰ ਬੜਾ ਵਧੀਆ ਕਹਿਣਾ ਕਿ ਪਰਮੇਸ਼ਰ ਇੱਕੋ ਹੀ ਆ। ਵਧੀਆ ਗੱਲ ਆ। ਅੱਛਾ ਕਹਿੰਦਾ ਵਾ, ਵਧੀਆ ਗੱਲ ਕਹਿੰਦਾ ਵਾ। ਅੱਗੇ ਲਿਖਿਆ, ਭੂਤ ਇਹੋ ਨੇਚਾ ਕਰਦੇ ਹਨ ਅਤੇ ਕੰਬਦੇ ਹਨ। ਲਿਖਿਆ ਕਿ ਇਨਸਾਨ ਅਗਰ ਵਿਸ਼ਵਾਸ ਕਰਦਾ ਕਿ ਪਰਮੇਸ਼ਰ ਇੱਕੋ ਹੀ ਆ ਤੇ ਉਹ ਵਧੀਆ ਕਰਦਾ, ਬਹੁਤ ਚੰਗਾ ਕਰਦਾ। ਪਰ ਲਿਖਿਆ ਕਿ ਇਹਦੇ ਨਾਲੋਂ ਵਿਸ਼ਵਾਸ ਜਿਹੜੇ ਭੂਤ ਵੀ ਕਰਦੇ, ਸ਼ੈਤਾਨ ਵੀ ਕਰਦਾ ਕਿ ਪਰਮੇਸ਼ਰ ਇੱਕੋ ਹੀ ਆ। ਉਹ ਵੀ ਇਸ ਗੱਲ ਦੇ ਉੱਤੇ ਨੇਚਾ ਕਰਦਾ ਕਿ ਪਰਮੇਸ਼ਰ ਇੱਕੋ ਹੀ ਆ। ਦੋ ਨਹੀਂ, ਇੱਕੋ ਹੀ ਆ ਪਰਮੇਸ਼ਰ। ਸ਼ੈਤਾਨ ਨੂੰ ਵੀ ਪਤਾ ਵਾ ਕਿ ਪਰਮੇਸ਼ਰ ਇੱਕ ਹੀ ਆ। ਜਦੋਂ ਪਰਮੇਸ਼ਰ ਇਸ ਧਰਤੀ ਦੇ ਉੱਤੇ ਆਵੇਗਾ, ਜਦੋਂ ਇਸ ਧਰਤੀ ਨੂੰ ਖਤਮ ਕਰੇਗਾ, ਇੱਕ ਦਿਨ ਮੇਰਾ ਉਹ ਨਾਸ਼ ਜ਼ਰੂਰ ਕਰੇਗਾ। ਉਹ ਇੱਕੋ ਹੀ ਪਰਮੇਸ਼ਰ ਆ ਜਿਹੜਾ ਮੇਰਾ ਨਾਸ਼ ਕਰ ਸਕਦਾ, ਉਹ ਆ ਪ੍ਰਭੂ ਯਿਸੂ ਮਸੀਹ। ਮੇਰਾ ਨਾਸ਼ ਕਰ ਸਕਦਾ ਤੇ ਸਿਰਫ ਇੱਕ ਹੀ ਰੱਬ ਵਾ, ਉਹ ਪਰਮੇਸ਼ਰ ਵਾ ਜਿਹੜਾ ਮੈਨੂੰ ਨਾਸ਼ ਕਰ ਸਕਦਾ। ਕਿਉਂਕਿ ਮੈਂ ਵੀ ਇਹ ਨੇਚਾ ਕਰਦਾ ਵਾਂ ਕਿ ਪਰਮੇਸ਼ਰ ਇੱਕੋ ਹੀ ਆ। ਹਾਲੇਲੂਇਆ, ਹਾਲੇਲੂਇਆ। ਜਦੋਂ ਅਸੀਂ ਪਹਿਲਾ ਤਿਮੋਥੀਉਸ 2:5 ਦੇ ਵਿੱਚ ਲਿਖਿਆ, ਕਿਉਂ ਜੋ ਪਰਮੇਸ਼ਰ ਇੱਕੋ ਹੀ ਹੈ, ਪਰਮੇਸ਼ਰ ਅਤੇ ਮਨੁੱਖਾਂ ਦੇ ਵਿੱਚ ਹੀ ਇੱਕ ਵਿਚੋਲਾ ਹੈ, ਜਿਹੜਾ ਆਪ ਮਨੁੱਖਾਂ ਅਰਥਾਤ ਯਿਸੂ ਮਸੀਹ ਹੈ। ਲਿਖਿਆ ਪੌਲਸ ਇਸ ਗੱਲ ਨੂੰ ਬਿਆਨ ਕਰਦਾ, ਲਿਖਿਆ ਕਿਉਂ ਜੋ ਪਰਮੇਸ਼ਰ ਇੱਕੋ ਹੀ ਹੈ, ਪਰਮੇਸ਼ਰ ਅਤੇ ਮਨੁੱਖਾਂ ਦੇ ਵਿੱਚ ਇੱਕ ਵਿਚੋਲਾ ਹੈ, ਜਿਹੜਾ ਆਪ ਪ੍ਰਭੂ ਯਿਸੂ ਮਸੀਹ ਆ। ਸਾਡੇ ਵਿੱਚ ਜਿਹੜੀ ਜੁਦਾਈ ਪੈ ਗਈ ਸੀ, ਸਾਡੇ ਵਿੱਚ
ਜਿਹੜੇ ਪਰਮੇਸ਼ਵਰ ਦੇ ਨਾਲ ਗੈਪ ਪੈ ਗਿਆ ਸੀ, ਉਹਦੇ ਵਿੱਚ ਇੱਕ ਵਿਚੋਲਾ ਬਣ ਕੇ ਆਇਆ, ਉਹ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ। ਅਗਰ ਪ੍ਰਭੂ ਯਿਸੂ ਮਸੀਹ ਇਸ ਧਰਤੀ ਦੇ ਉੱਤੇ ਨਾ ਆਉਂਦਾ, ਆਪਣਾ ਖੂਨ ਨਾ ਬਹਾਉਂਦਾ, ਆਪਣੀ ਜਾਨ ਨਾ ਦਿੰਦਾ, ਤੇ ਸਾਡਾ ਮਿਲਾਪ ਉਸ ਪਰਮੇਸ਼ਵਰ ਦੇ ਨਾਲ ਹੋ ਨਹੀਂ ਸੀ ਸਕਦਾ। ਅਸੀਂ ਕਦੀ ਵੀ ਉਸ ਪਰਮੇਸ਼ਵਰ ਦੇ ਨਾਲ ਮਿਲ ਨਹੀਂ ਸੀ ਸਕਦੇ, ਕਿਉਂਕਿ ਉਹ ਇੱਕ ਵਿਚੋਲਾ, ਕਿਉਂਕਿ ਵਿਚੋਲੇ ਦਾ ਕੰਮ ਹੁੰਦਾ ਮਿਲਾਉਣਾ। ਔਰ ਜਿਹੜੀ ਸਾਡੇ ਵਿੱਚ ਜੁਦਾਈ ਪੈ ਗਈ ਸੀ, ਉਸ ਜੁਦਾਈ ਨੂੰ ਖਤਮ ਕਰਨ ਵਾਸਤੇ ਉਸ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਨੂੰ ਖੁਦ ਇਸ ਧਰਤੀ ਦੇ ਉੱਤੇ ਆਉਣਾ ਪਿਆ ਔਰ ਵਿਚੋਲਗਿਰੀ ਕਰਨੀ ਪਈ। ਔਰ ਵਿਚੋਲਗਿਰੀ ਦੇ ਕਰਕੇ ਜਿਹੜੀ ਸਾਡੀ ਜੁਦਾਈ ਸੀ, ਉਸ ਪਰਮੇਸ਼ਵਰ ਦੇ ਨਾਲ ਮਿਲਾ ਦਿੱਤੀ। ਜਿਹੜੀ ਸਾਡੀ ਜੁਦਾਈ ਸੀ ਉਹ ਖਤਮ ਕਰ ਦਿੱਤੀ। ਜਿਹੜੀ ਅਸੀਂ ਪਰਮੇਸ਼ਵਰ ਤੋਂ ਦੂਰ ਸੀ, ਉਹ ਨਜ਼ਦੀਕੀ ਦੇ ਵਿੱਚ ਆ ਗਈ। ਹਾਲੇਲੂਇਆ। ਕਿਉਂਕਿ ਸਾਨੂੰ ਪਰਮੇਸ਼ਵਰ ਦੇ ਨਾਲ ਮੇਲ ਮਿਲਾਪ ਕਰਨ ਦੀ ਬੜੀ ਜ਼ਰੂਰਤ ਸੀ। ਯਸ਼ਾਇਆ ਦੇ ਵਿੱਚ ਲਿਖਿਆ ਕਿ ਜਿੱਦਾਂ ਧਰਤੀ ਤੋਂ ਆਕਾਸ਼ ਉੱਚਾ, ਇਸੇ ਤਰ੍ਹਾਂ ਮੇਰੇ ਔਰ ਤੁਹਾਡੇ ਵਿੱਚ ਕੀ ਹੈ, ਇੱਕ ਜੁਦਾਈ ਪੈ ਗਈ ਹੈ। ਔਰ ਉਸ ਪਰਮੇਸ਼ਵਰ ਦੇ ਨਾਲ ਜੁਦਾਈ ਜਿਹੜੀ ਪੈ ਗਈ ਸੀ, ਉਹਨੂੰ ਖਤਮ ਕਰਨ ਵਾਸਤੇ ਪ੍ਰਭੂ ਯਿਸੂ ਮਸੀਹ ਨੂੰ ਇਸ ਧਰਤੀ ਦੇ ਉੱਤੇ ਆਉਣਾ ਪਿਆ। ਅਗਲੇ ਨੰਬਰ 2 ਦੇ ਵਿੱਚ ਲਿਖਿਆ ਕਿ ਇਹ ਜਿਹੜੀ ਧਰਤੀ ਆ, ਇਹ ਪਰਮੇਸ਼ਵਰ ਨੇ ਹੀ ਬਣਾਈ ਆ। ਕੁਝ ਲੋਕ ਕਹਿੰਦੇ ਨੇ ਕਿ ਕਿਸੇ ਨੇ ਬਣਾਈ, ਕੋਈ ਲੋਕ ਕਹਿੰਦੇ ਕਿਸੇ ਨੇ ਬਣਾਈ, ਪਰ ਕਲਾਮ ਦੇ ਵਿੱਚ ਲਿਖਿਆ ਵਾ ਕਿ ਇਹ ਜਿਹੜੀ ਧਰਤੀ ਆ, ਇਹ ਪਰਮੇਸ਼ਵਰ ਨੇ ਹੀ ਬਣਾਈ ਆ। ਜਦੋਂ ਇਬਰਾਨੀਆਂ ਦੀ ਕਿਤਾਬ ਉਹਦਾ 11 ਅਧਿਆਏ ਵਚਨ 3 ਦੇ ਵਿੱਚ ਜਦੋਂ ਪੜ੍ਹਦੇ ਆ, ਉਸ ਜਗ੍ਹਾ ਦੇ ਉੱਤੇ ਲਿਖਿਆ, ਵਿਸ਼ਵਾਸ ਨਾਲ ਅਸੀਂ ਜਾਣਦੇ ਹਾਂ ਕਿ ਜਗਤ ਪਰਮੇਸ਼ਰ ਦੇ ਵਚਨ ਦੇ ਨਾਲ ਰਚਿਆ ਗਿਆ, ਔਰ ਜਦੋਂ ਕੁਝ ਦਿਖਾਈ ਦਿੰਦਾ ਹੈ, ਉਹ ਦੇਖਿਆ ਹੋਈਆਂ ਵਸਤਾਂ ਤੋਂ ਨਹੀਂ ਬਣਿਆ। ਲਿਖਿਆ ਕਿ ਜਿਹੜੀਆਂ ਇਸ ਧਰਤੀ ਨੂੰ ਜਦੋਂ ਪਰਮੇਸ਼ਰ ਨੇ 6 ਦਿਨਾਂ ਦੇ ਵਿੱਚ ਬਣਾਇਆ, ਤੇ ਆਪਣੇ ਵਚਨ ਦੇ ਹੀ ਜਰੀਏ ਬਣਾਇਆ। ਪਰਮੇਸ਼ਰ ਕਹਿੰਦਾ ਸੀ ਕਿ ਆਕਾਸ਼ ਬਣ ਜਾਵੇ, ਆਕਾਸ਼ ਹੋ ਜਾਂਦਾ ਸੀ, ਧਰਤੀ ਬਣੇ, ਧਰਤੀ ਬਣ ਜਾਂਦੀ ਸੀ। ਪਰਮੇਸ਼ਰ ਨੇ ਕਿਹਾ ਕਿ ਸੂਰਜ ਚੰਦਰਮਾ ਬਣ ਜਾਵੇ, ਔਰ ਪਰਮੇਸ਼ਰ ਆਪਣੇ ਮੁਖ ਦੇ ਵਿੱਚੋਂ ਸਿਰਫ ਵਚਨ ਕੱਢਦਾ ਸੀ, ਔਰ ਵਚਨ ਦੇ ਜਰੀਏ ਹੀ ਸਾਰਾ ਕੁਝ ਬਣ ਜਾਂਦਾ ਹੈ। ਕਹਿੰਦਾ ਕਿ ਵਿਸ਼ਵਾਸ ਦੇ ਨਾਲ ਅਸੀਂ ਜਾਣਦੇ ਹਾਂ ਕਿ ਜਗਤ ਪਰਮੇਸ਼ਰ ਦੇ ਵਚਨ ਦੇ ਨਾਲ ਰਚਿਆ ਗਿਆ। ਜਦੋਂ ਕੁਝ ਦਿਖਾਈ ਦਿੰਦਾ ਹੈ, ਉਹਦੇ ਦੇਖਿਆ ਹੋਈਆਂ ਵਸਤਾਂ ਤੋਂ ਨਹੀਂ ਬਣਿਆ। ਜੋ ਕੁਝ ਦਿਖਾਈ ਦਿੰਦਾ, ਉਹ ਕਿਸੇ ਵਸਤਾਂ ਤੋਂ ਨਹੀਂ, ਖੁਦ ਪਰਮੇਸ਼ਵਰ ਨੇ ਬਣਾਇਆ। ਨੰਬਰ 2 ਕਿ ਸਾਰੀ ਸ੍ਰਿਸ਼ਟੀ ਕੀ ਹੈ, ਪਰਮੇਸ਼ਵਰ ਨੇ ਬਣਾਈ। ਜੋ ਕੁਝ ਹੈਗਾ ਉਹ ਪਰਮੇਸ਼ਵਰ ਨੇ ਹੀ ਬਣਾਇਆ, ਕਿਸੇ ਦੂਸਰੇ ਨੇ ਨਹੀਂ ਬਣਾਇਆ। ਨੰਬਰ 3 ਦੇ ਉੱਤੇ ਹੈਗਾ ਕਿ ਸ਼ੈਤਾਨ ਹੈ। ਸ਼ੈਤਾਨ ਕੀ ਆ ਹੈਗਾ। ਜਦੋਂ ਅਸੀਂ ਕਲਾਮ ਦੇ ਵਿੱਚ ਜਾਂਦੇ ਆ, ਕਲਾਮ ਦੇ ਵਿੱਚ ਲਿਖਿਆ ਕਿ ਸ਼ੈਤਾਨ ਹੈਗਾ, ਔਰ ਪਤਰਸ ਦੀ ਕਿਤਾਬ ਦੇ ਵਿੱਚ ਲਿਖਿਆ ਕਿ ਸ਼ੈਤਾਨ ਹਰ ਸਮੇਂ ਜਾਗਦਾ ਰਹਿੰਦਾ, ਭਾਲਦਾ ਫਿਰਦਾ ਕਿ ਕਿਹਨੂੰ ਪਾਰ ਖਾਵਾਂ। ਸ਼ੈਤਾਨ ਇਸ ਧਰਤੀ ਦੇ ਉੱਤੇ ਘੁੰਮਦਾ ਫਿਰਦਾ ਰਹਿੰਦਾ, ਔਰ ਸ਼ੈਤਾਨ ਹੀ ਇਨਸਾਨ ਦੇ ਕੋਲੋਂ ਮਾਰੇ ਕਰਮ ਕਰਾਉਂਦਾ, ਸ਼ੈਤਾਨ ਹੀ ਇਨਸਾਨ ਦੇ ਕੋਲੋਂ ਨਸ਼ਾ ਕਰਾਉਂਦਾ, ਸ਼ੈਤਾਨ ਹੀ ਹਰ ਇੱਕ ਇਨਸਾਨ ਦੇ ਕੋਲੋਂ ਉਹ ਕੰਮ ਕਰਾਉਂਦਾ ਜੋ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਮਾੜਾ ਹੁੰਦਾ। ਕਿਉਂਕਿ ਯੋਹੰਨਾ 8:44 ਦੇ ਵਿੱਚ ਲਿਖਿਆ, ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ਰ ਤੋਂ ਹਾਂ ਅਤੇ ਸਾਰਾ ਸੰਸਾਰ ਉਸ ਦੁਸ਼ਟ ਦੇ ਵਸ ਵਿੱਚ ਪਿਆ ਹੋਇਆ। ਕਹਿੰਦਾ ਕਿ ਅਸੀਂ ਜਾਣਦੇ ਕਿ ਅਸੀਂ ਪਰਮੇਸ਼ਰ ਤੋਂ ਹਾਂ,
ਪਰ ਸਾਰਾ ਸੰਸਾਰ ਉਸ ਦੁਸ਼ਟ ਦੇ ਵਸ ਵਿੱਚ ਵਾ। ਸਾਰਾ ਸੰਸਾਰ ਕਿਹਦੇ ਵਸ ਦੇ ਵਿੱਚ? ਦੁਸ਼ਟ ਯਾਨੀ ਕਿ ਸ਼ੈਤਾਨ ਦੇ ਵਸ ਵਿੱਚ। ਜਦੋਂ ਪਹਿਲਾ ਯੋਹੰਨਾ 5:19 ਦੇ ਵਿੱਚ ਅਸੀਂ ਜਾਂਦੇ ਹਾਂ, ਹਾਲੇਲੂਇਆ, ਲਿਖਿਆ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ਵਰ ਤੋਂ ਹਾਂ ਅਤੇ ਸਾਰਾ ਸੰਸਾਰ ਉਸ ਦੁਸ਼ਟ ਦੇ ਕੀ ਆ? ਵਸ ਵਿੱਚ ਪਿਆ ਹੋਇਆ। ਤੇ 8:44 ਦੇ ਵਿੱਚ ਲਿਖਿਆ ਕਿ ਤੁਸੀਂ ਆਪਣੇ ਪਿਤਾ ਸ਼ੈਤਾਨ ਤੋਂ ਹੋ। ਜੋ ਇਨਸਾਨ ਝੂਠ ਬੋਲਦਾ ਉਹ ਸ਼ੈਤਾਨ ਤੋਂ ਆ। ਜੋ ਇਨਸਾਨ ਪਾਪ ਕਰਦਾ ਉਹ ਸ਼ੈਤਾਨ ਤੋਂ ਆ। ਜੋ ਇਨਸਾਨ ਚੋਰੀ ਕਰਦਾ ਸ਼ੈਤਾਨ ਤੋਂ ਆ। ਜੋ ਇਨਸਾਨ ਮਾਰੇ ਕਰਮ ਕਰਦਾ ਸ਼ੈਤਾਨ ਤੋਂ ਆ। ਜੋ ਇਨਸਾਨ ਗਾਲੀ ਗਲੋਚ ਕਰਦਾ ਉਹ ਸ਼ੈਤਾਨ ਤੋਂ ਆ। ਕਿਉਂਕਿ ਸਾਰਾ ਸੰਸਾਰ ਜਿਹੜਾ ਵਾ ਉਹ ਇਸ ਸ਼ੈਤਾਨ ਦੇ ਵਸ ਦੇ ਵਿੱਚ ਪਿਆ ਹੋਇਆ। ਹਾਲੇਲੂਇਆ, ਹਾਲੇਲੂਇਆ। 4 ਦੇ ਵਿੱਚ ਲਿਖਿਆ ਕਿ ਮਨੁੱਖ ਪਾਪੀ ਆ। ਨੰਬਰ 4 ਦੇ ਵਿੱਚ ਲਿਖਿਆ ਕਿ ਮਨੁੱਖ ਕੀ ਆ? ਪਾਪੀ ਆ। ਇਨਸਾਨ ਜੋ ਇਸ ਧਰਤੀ ਦੇ ਉੱਤੇ ਆ, ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਇਨਸਾਨ ਆ ਉਹ ਸਾਰੇ ਦੇ ਸਾਰੇ ਕੀ ਆ? ਪਾਪੀ ਆ। ਕਿਉਂਕਿ ਕੋਈ ਵੀ ਇਨਸਾਨ ਕਹਿ ਨਹੀਂ ਸਕਦਾ ਕਿ ਮੈਂ ਪਾਪ ਨਹੀਂ ਕੀਤਾ। ਕੋਈ ਵੀ ਇਨਸਾਨ ਕਹਿ ਨਹੀਂ ਸਕਦਾ ਕਿ ਮੈਂ ਕਦੀ ਪਾਪ ਨਹੀਂ ਕਰਦਾ, ਕਿਉਂਕਿ ਲਿਖਿਆ ਕਿ ਹਰ ਇਨਸਾਨ ਪਾਪੀ ਆ। ਹਰ ਇੱਕ ਇਨਸਾਨ ਕੀ ਆ? ਪਾਪੀ ਆ। ਕਲਾਮ ਦੇ ਵਿੱਚ ਲਿਖਿਆ, ਜਦੋਂ ਰੋਮੀਆਂ ਦੀ ਕਿਤਾਬ ਉਹਦਾ 3 ਅਧਿਆਇ ਵਚਨ 23 ਦੇ ਵਿੱਚ ਲਿਖਿਆ, ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ਵਰ ਦੀ ਮਹਿਮਾ ਤੋਂ ਰਹਿਤ ਹਨ। ਲਿਖਿਆ ਕਿ ਸਾਰਿਆਂ ਨੇ ਪਾਪ ਕੀਤਾ ਵਾ ਔਰ ਸਾਰੇ ਜਿਹੜੇ ਆ ਪਰਮੇਸ਼ਵਰ ਦੀ ਮਹਿਮਾ ਤੋਂ ਕੀ ਆ? ਰਹਿਤ ਰਹਿ ਗਏ। ਪਰਮੇਸ਼ਵਰ ਦੀ ਮਹਿਮਾ ਤੋਂ ਕੀ ਆ? ਵਾਂਝੇ ਰਹਿ ਗਏ। ਪਾਪ ਹਰ ਇਨਸਾਨ ਕਰਨ ਡਿਆ। ਇੱਕ ਪੈਰ ਪਰਮੇਸ਼ਵਰ ਦੇ ਵਿੱਚ ਰੱਖਦਾ, ਦੂਸਰਾ ਪੈਰ ਸੰਸਾਰ ਦੇ ਵਿੱਚ ਰੱਖਦਾ, ਪਾਪ ਵੀ ਕਰੀ ਜਾਂਦਾ ਤੇ ਪਰਮੇਸ਼ਵਰ ਦਾ ਨਾਮ ਵੀ ਲਈ ਜਾਂਦਾ ਤੇ ਕਹਿੰਦਾ ਕਿ ਮੈਂ ਪਰਮੇਸ਼ਵਰ ਦੇ ਨਾਲ ਬੜਾ ਪਿਆਰ ਕਰਦਾ। ਸਾਰਾ ਸੰਸਾਰ ਜਿਹੜਾ ਵਾ ਲਿਖਿਆ ਕਿ ਉਹ ਸ਼ੈਤਾਨ ਦੇ ਵਸ ਦੇ ਵਿੱਚ ਆ ਤੇ ਹਰ ਮਨੁੱਖ ਜਿਹੜਾ ਵਾ ਉਹ ਪਾਪੀ ਆ। ਕੋਈ ਵੀ ਇਨਸਾਨ ਕਹਿ ਨਹੀਂ ਸਕਦਾ ਕਿ ਮੈਂ ਪਾਪ ਨਹੀਂ ਕਰਦਾ। ਕੋਈ ਵੀ ਇਨਸਾਨ ਇਸ ਗੱਲ ਨੂੰ ਬਿਆਨ ਨਹੀਂ ਕਰ ਸਕਦਾ ਕਿ ਮੈਂ ਪਾਪ ਨਹੀਂ ਕਰਦਾ। ਨੰਬਰ 4 ਦੇ ਵਿੱਚ ਲਿਖਿਆ, ਅਸੀਂ ਪੜ੍ਹ ਰਹੇ ਹਾਂ, ਲਿਖਿਆ ਵਾ ਕਿ ਹਰ ਇੱਕ ਮਨੁੱਖ ਜਿਹੜਾ ਵਾ ਉਹ ਪਾਪੀ ਹੈ। ਔਰ 5ਵੇਂ ਨੰਬਰ ਦੇ ਵਿੱਚ ਲਿਖਿਆ, ਪਾਪਾਂ ਦਾ ਇੱਕ ਦਿਨ ਇਹੀ ਹਾਲ ਹੋਵੇਗਾ। ਹਾਲੇਲੂਇਆ। ਪਾਪਾਂ ਦਾ ਇੱਕ ਦਿਨ ਇਹੀ ਹਾਲ ਹੋਵੇਗਾ। ਕਿਉਂਕਿ ਅਸੀਂ ਸੋਚਦੇ ਹਾਂ ਕਿ ਅਸੀਂ ਪਾਪ ਕਰੀ ਜਾਂਦੇ ਆ ਤੇ ਇਹਦਾ ਕੋਈ ਹੱਲ ਨਿਕਲ ਸਕਦਾ, ਕਿਸੇ ਕੋਲੋਂ ਮੁਕਤੀ ਮਿਲ ਸਕਦੀ, ਕਿਸੇ ਕੋਲੋਂ ਨਜਾਤ ਮਿਲ ਸਕਦੀ ਆ। ਇਨਸਾਨ ਕਹਿੰਦਾ ਕਿ ਚਲੋ ਪਾਪ ਕਰਦੇ ਆ, ਕਿਸੇ ਦੂਸਰੇ ਦੇ ਕੋਲੋਂ ਮੁਕਤੀ ਜ਼ਰੂਰ ਮਿਲ, ਕੋਈ ਨਾ ਕੋਈ ਇਹਦਾ ਹੱਲ ਕੱਢ ਲਵਾਂਗੇ। ਹਰ ਇਨਸਾਨ ਕਹਿੰਦਾ ਕਿ ਮੈਂ ਪਾਪ ਕਰਦਾ ਤੇ ਚੱਲ ਇਹਦਾ ਕੋਈ ਨਾ ਕੋਈ ਹੱਲ ਕੀ ਆ ਨਿਕਲ ਜਾਊਗਾ। ਪਰ ਜਦੋਂ ਅਸੀਂ ਰਸੂਲਾਂ ਦੇ ਕਿਤਾਬ ਉਹਦਾ 4:12 ਦੇ ਵਿੱਚ ਲਿਖਿਆ, ਅਤੇ ਕਿਸੇ ਦੂਜੇ ਤੋਂ ਮੁਕਤੀ ਨਹੀਂ, ਕਿਸੇ ਦੂਸਰੇ ਦੇ ਕੋਲੋਂ ਮੁਕਤੀ ਨਹੀਂ ਹੈ। ਕਿਸੇ ਵੀ ਦੂਸਰੇ ਦੇ ਕੋਲੋਂ ਚਲੇ ਜਾਈਏ, ਕਿਸੇ ਦੇਵੀ ਦੇਵਤੇ ਦੇ ਕੋਲੋਂ ਚਲੇ ਜਾਈਏ, ਇਧਰ ਉਧਰ ਚਲੇ ਜਾਈਏ, ਕਿਸੇ ਦੇ ਕੋਲ ਵੀ ਚਲੇ ਜਾਈਏ, ਸਾਨੂੰ ਮੁਕਤੀ ਮਿਲ ਨਹੀਂ ਸਕਦੀ। ਲਿਖਿਆ ਕਿ ਕਿਸੇ ਦੂਸਰੇ ਦੇ ਕੋਲੋਂ ਮੁਕਤੀ ਨਹੀਂ ਆ, ਕਿਉਂ ਜੋ ਆਕਾਸ਼ ਦੇ ਥੱਲੇ ਮਨੁੱਖਾਂ ਦੇ ਵਿੱਚ ਕੋਈ ਦੂਜਾ ਨਾਂ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾ ਸਕਦੇ ਹਾਂ। ਲਿਖਿਆ
ਕਿ ਕਿਸੇ ਦੂਸਰੇ ਦੇ ਕੋਲੋਂ ਮੁਕਤੀ ਨਹੀਂ। ਆਕਾਸ਼ ਦੇ ਥੱਲੇ ਤੇ ਧਰਤੀ ਦੇ ਉੱਪਰ ਮਨੁੱਖਾਂ ਦੇ ਵਿੱਚ ਵੀ ਕੋਈ ਦੂਜਾ ਨਾਂ ਹੀ ਨਹੀਂ ਹੈਗਾ ਜਿਹਦੇ ਤੋਂ ਅਸੀਂ ਮੁਕਤੀ ਕੀਆ ਪਾ ਸਕਦੇ ਹਾਂ, ਜਿਹਦੇ ਤੋਂ ਅਸੀਂ ਨਜਾਤ ਪਾ ਸਕਦੇ ਹਾਂ, ਜਿਹਦੇ ਤੋਂ ਅਸੀਂ ਆਪਣੇ ਪਾਪਾਂ ਦੀ ਮਾਫੀ ਲੈ ਸਕਦੇ ਹਾਂ। ਕਿਸੇ ਦੇ ਕੋਲੋਂ ਇਹ ਅਧਿਕਾਰ ਨਹੀਂ ਹੈਗਾ ਕਿ ਕਿਸੇ ਦੇ ਪਾਪ ਨੂੰ ਉਹ ਮਾਫ ਕਰ ਸਕੇ। ਉਹ ਅਧਿਕਾਰ ਹੈਗਾ ਕਿ ਸਿਰਫ ਪ੍ਰਭੂ ਯਿਸੂ ਦੇ ਕੋਲੋਂ। ਹਾਲੇਲੂਇਆ। ਨੰਬਰ 6 ਦੇ ਵਿੱਚ ਲਿਖਿਆ ਮਰਨ ਤੋਂ ਬਾਅਦ ਵੀ ਜੀਵਨ ਹੈਗਾ। ਮਰਨ ਤੋਂ ਬਾਅਦ ਕੀ ਆ? ਜੀਵਨ ਹੈਗਾ। ਕੁਝ ਲੋਕ ਕਹਿੰਦੇ ਕਿ ਮਰਨ ਤੋਂ ਬਾਅਦ ਕਿਹੜਾ ਕਿਸੇ ਨੇ ਵੇਖਿਆ ਕੁਝ, ਮਰਨ ਤੋਂ ਬਾਅਦ ਕਿਹੜਾ ਕਿਸੇ ਨੇ ਕੁਝ ਵੇਖਿਆ ਵਾ। ਮਰਨ ਤੋਂ ਬਾਅਦ ਕੋਈ ਜੀਵਨ ਨਹੀਂ। ਜਿੰਨੀ ਦੌਰ ਹੈਗੀ ਇਸ ਸਰੀਰ ਦੇ ਵਿੱਚ ਹੀ ਆ, ਜਿੰਨੀ ਦੌਰ ਹੈਗੀ ਸਿਰਫ ਸਰੀਰ ਦੇ ਵਿੱਚ ਹੀ ਆ। ਪਰ ਲਿਖਿਆ ਕਿ ਮਰਨ ਤੋਂ ਬਾਅਦ ਵੀ ਇੱਕ ਜੀਵਨ ਹੈਗਾ। ਜਦੋਂ ਅਸੀਂ ਯੋਹੰਨਾ 11:5 ਦੇ ਵਿੱਚ ਜਾਂਦੇ ਆ, ਉਸ ਜਗ੍ਹਾ ਦੇ ਉੱਤੇ ਲਿਖਿਆ ਯਿਸੂ ਨੇ ਉਹਨਾਂ ਨੂੰ ਆਖਿਆ ਮੁਰਦਿਆਂ ਦਾ ਜੀ ਉੱਠਣਾ ਅਤੇ ਜੀਵਨ ਮੈਂ ਹਾਂ। ਲਿਖਿਆ ਕਿ ਮੁਰਦਿਆਂ, ਯਿਸੂ ਨੇ ਉਹਨਾਂ ਨੂੰ ਆਖਿਆ ਮੁਰਦਿਆਂ ਦਾ ਜੀ ਉੱਠਣਾ ਅਤੇ ਜੀਵਨ ਮੈਂ ਹਾਂ। ਜਿਹੜਾ ਮੇਰੇ ਤੇ ਵਿਸ਼ਵਾਸ ਕਰਦਾ ਹੈ ਭਾਵੇਂ ਉਹ ਮਰ ਵੀ ਜਾਵੇ ਤਾਂ ਵੀ ਉਹ ਜੀਵੇਗਾ। ਲਿਖਿਆ ਕਿ ਜੋ ਇਨਸਾਨ ਮੇਰੇ ਉੱਤੇ ਵਿਸ਼ਵਾਸ ਕਰਦਾ ਉਹ ਇਸ ਧਰਤੀ ਨੂੰ ਜ਼ਰੂਰ ਛੱਡ ਕੇ ਜਾ ਸਕਦਾ, ਪਰ ਅੱਗੇ ਇੱਕ ਜੀਵਨ ਹੈਗਾ ਜਿਹੜਾ ਮੈਂ ਉਹਨੂੰ ਦੇ ਸਕਦਾ। ਇਸ ਧਰਤੀ ਤੋਂ ਉੱਤੋਂ ਉਹਦਾ ਜੀਵਨ 60 ਸਾਲ 70 ਸਾਲ ਬਾਅਦ ਖਤਮ ਹੋ ਜਾਵੇਗਾ, ਪਰ ਜਿਹੜਾ ਜੀਵਨ ਮੈਂ ਉਸ ਨੂੰ ਦਵਾਂਗਾ ਉਹ ਅਨੰਤ ਕਾਲ ਤੱਕ ਜੀਵਨ ਹੋਵੇਗਾ। ਉਹ ਕਦੀ ਖਤਮ ਹੋਣ ਵਾਲਾ ਜੀਵਨ ਨਹੀਂ ਹੋਵੇਗਾ। ਉੱਥੇ ਕਦੀ ਮੌਤ ਨਹੀਂ ਹੋਵੇਗੀ, ਉੱਥੇ ਕਦੀ ਬਿਮਾਰੀ ਨਹੀਂ ਹੋਵੇਗੀ, ਉੱਥੇ ਕਦੀ ਭੁੱਖ ਨਹੀਂ ਹੋਵੇਗੀ, ਉੱਥੇ ਕਦੀ ਵੀ ਪਿਆਸ ਨਹੀਂ ਹੋਵੇਗੀ। ਹਾਲੇਲੂਇਆ। ਇੱਕ ਮੈਂ ਤੁਹਾਨੂੰ ਐਦਾਂ ਦਾ ਜੀਵਨ ਕੀਆ ਦੇ ਦਵਾਂਗਾ। ਯਾਨੀ ਕਿ ਮਰਨ ਤੋਂ ਬਾਅਦ ਵੀ ਸਾਨੂੰ ਇੱਕ ਆਸ ਹੈ ਕਿ ਸਾਨੂੰ ਇੱਕ ਜੀਵਨ ਮਿਲ ਸਕਦਾ। ਅਗਰ ਅਸੀਂ ਚੰਗੇ ਕਰਮ ਕਰਾਂਗੇ ਤੇ ਕੁਝ ਚੰਗਾ ਜੀਵਨ ਸਾਨੂੰ ਮਿਲ ਸਕਦਾ। ਅਗਰ ਅਸੀਂ ਆਪਣਾ ਸਮਾਂ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਨਹੀਂ ਬਿਤਾਉਂਦੇ ਤੇ ਫਿਰ ਜਿਹੜਾ ਚੰਗਾ ਜੀਵਨ ਆ ਉਹ ਮਾਰੇ ਜੀਵਨ ਦੇ ਵਿੱਚ ਬਦਲ ਜਾਵੇਗਾ। ਜੇ ਅਸੀਂ ਚੰਗਾ ਕਰਾਂਗੇ ਤੇ ਚੰਗੇ ਜੀਵਨ ਦੇ ਵਿੱਚ ਜਾਵਾਂਗੇ, ਜੇ ਚੰਗਾ ਨਹੀਂ ਕਰਾਂਗੇ ਤੇ ਇੱਕ ਦਿਨ ਸਾਨੂੰ ਮਾਰਾ ਜੀਵਨ ਪ੍ਰਾਪਤ ਹੋ ਜਾਵੇਗਾ। तो 6वें नंबर ਦੇ ਵਿੱਚ ਲਿਖਿਆ ਕਿ ਮਰਨ ਤੋਂ ਬਾਅਦ ਵੀ ਇੱਕ ਜੀਵਨ ਹੈਗਾ। ਨੰਬਰ 7 ਦੇ ਵਿੱਚ ਲਿਖਿਆ ਕਿ ਯਿਸੂ ਇੱਕ ਦਿਨ ਜ਼ਰੂਰ ਵਾਪਸ ਆਵੇਗਾ। ਕੁਝ ਲੋਕ ਕਹਿੰਦੇ ਕਿ ਇਦਾਂ ਨਹੀਂ ਹੋ ਸਕਦਾ ਕਿ ਯਿਸੂ ਮਸੀਹ ਨੇ ਨਹੀਂ ਆਉਣਾ, ਕਿਉਂਕਿ 2024 ਸਾਲ ਦੇ ਵਿੱਚ ਆ ਗਏ ਆ। ਬੜੇ ਸਮੇਂ ਤੋਂ ਸੁਣਦੇ ਆ ਰਹੇ ਆ ਕਿ परमेश्वर ने आना, परमेश्वर ने आना, पर आना नहीं। हालेलुया। पर यह गल सच वा कि एक दिन यीशु जिहड़ा वा वो जरूर वापस आवेगा। जदों तीतुस दी किताब ओदा 2:13 दे विच पढ़दे आ, उस जगह दे उत्ते लिखिया अते उस पवित्र आस दी अते महान परमेश्वर अते मुक्तिदाता यीशु मसीह दी महिमा दा प्रगट होना होने दी उड़ीक करी। लिखिया कि असी उस पवित्र आस अते महान परमेश्वर मुक्तिदाता प्रभु यीशु मसीह दे आउण दी आस रखिए, उड़ीक रखिए, क्योंकि सानू पता कि एक दिन उन्हें जरूर आना, एक दिन उन्हें किया इस धरती के उत्ते जरूर आना। क्योंकि जो जो हुण टैक्नोलॉजी वधदी जाएगी, जो जो वो समा वधदा जाएगा ते तो ही वो परमेश्वर दे आउण दे जिहड़े निशान आ वो नज़दीक आउणे आ। अज तो 20 साल 25 साल 50 साल पिछे चले जाइए, किसी को पता ही नहीं सी कि असी किसी दे नाल गल किद्दां करनी। फोन आ गया, फोन के द्वारा गल होण लग पई, टैक्नोलॉजी वध गई।
ਟੈਕਨੋਲੋਜੀ ਇੰਨੀ ਵਧੀ ਕਿ ਹੁਣ ਅਸੀਂ ਸਿੱਧੀ ਫੇਸ ਟੂ ਫੇਸ ਗੱਲ ਕਰ ਸਕਦੇ ਹਾਂ। ਤੇ ਜੋ ਟੈਕਨੋਲੋਜੀ ਵਧੇਗੀ ਤੋਂ ਹੀ ਪਰਮੇਸ਼ਰ ਦੇ ਆਉਣ ਦੇ ਜਿਹੜੇ ਨਿਸ਼ਾਨ ਆ ਉਹ ਨਜ਼ਦੀਕ ਆਉਣਗੇ। ਤੇ ਜਦੋਂ ਨਜ਼ਦੀਕ ਆਉਣਗੇ ਤੇ ਲਿਖਿਆ ਕਿ ਸਾਨੂੰ ਉਸ ਪਵਿੱਤਰ ਆਸ ਅਤੇ ਮਹਾਨ ਪਰਮੇਸ਼ਰ ਮੁਕਤੀਦਾਤਾ ਯਿਸੂ ਮਸੀਹ ਦੀ ਮਹਿਮਾ ਦੇ ਪ੍ਰਗਟ ਹੋਣ ਦੀ ਉਡੀਕ ਕਰੀਏ। ਤੇ ਸਾਨੂੰ ਉਸ ਪਰਮੇਸ਼ਰ ਦੀ ਉਡੀਕ ਕਰਨੀ ਚਾਹੀਦੀ ਹੈ, ਕਿਉਂਕਿ ਯਿਸੂ ਇੱਕ ਦਿਨ ਜ਼ਰੂਰ ਵਾਪਸ ਆਵੇਗਾ। ਨੰਬਰ 8 ਦੇ ਵਿੱਚ ਲਿਖਿਆ ਕਿ ਦੁਨੀਆ ਇੱਕ ਦਿਨ ਜ਼ਰੂਰ ਖਤਮ ਹੋਵੇਗੀ। ਦੁਨੀਆ ਇੱਕ ਦਿਨ ਜ਼ਰੂਰ ਕੀ ਹੈ, ਖਤਮ ਹੋਵੇਗੀ। ਇਹ 100% ਹੈ ਕਿ ਦੁਨੀਆ ਖਤਮ ਹੋਣੀ ਹੀ ਹੋਣੀ ਹੈ। ਪਰ ਜਿੰਨਾ ਚਿਰ ਪਰਮੇਸ਼ਰ ਦੀ ਦੁਲਹਨ ਤਿਆਰ ਨਹੀਂ ਹੁੰਦੀ, ਜਿੰਨਾ ਚਿਰ ਪਰਮੇਸ਼ਰ ਦੇ ਲੋਕ ਤਿਆਰ ਨਹੀਂ ਹੁੰਦੇ, ਜਿੰਨਾ ਚਿਰ ਪਰਮੇਸ਼ਰ ਦੇ ਲੋਕ ਪੂਰੀ ਤਰ੍ਹਾਂ ਦੇ ਨਾਲ ਰੈਡੀ ਨਹੀਂ ਹੁੰਦੇ, ਉਹਨਾਂ ਚਿਰ ਪਰਮੇਸ਼ਰ ਕਦੀ ਵੀ ਆਉਂਦਾ। ਕਿਉਂਕਿ ਪਰਮੇਸ਼ਰ ਕਹਿੰਦਾ ਕਿ ਇਹ ਲੋਕ ਤਿਆਰ ਹੋ ਜਾਣ, ਪਰ ਲੋਕ ਤਿਆਰ ਹੋਣ ਨਹੀਂ ਰਹੇ। ਲਿਖਿਆ ਕਿ ਦੁਨੀਆ ਇੱਕ ਦਿਨ ਖਤਮ ਜ਼ਰੂਰ ਹੋਵੇਗੀ। ਜਦੋਂ ਅਸੀਂ ਮੱਤੀ 24:14 ਦੇ ਵਿੱਚ ਪੜ੍ਹਦੇ ਹਾਂ, ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪ੍ਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇ ਅਤੇ ਸਭ ਕੌਮਾਂ ਉਹਦੇ ਉੱਤੇ ਗਵਾਹੀ ਦੇਣ ਤਾਂ ਅੰਤ ਆ ਜਾਵੇਗਾ। ਲਿਖਿਆ ਕਿ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚ ਕੀਤਾ ਜਾਵੇਗਾ ਅਤੇ ਸਾਰੀਆਂ ਕੌਮਾਂ ਉਸ ਉੱਤੇ ਗਵਾਹੀ ਦੇਣਗੇ, ਫਿਰ ਅੰਤ ਆ ਜਾਵੇਗਾ। ਜਿੰਨਾ ਚਿਰ ਸਾਰੀਆਂ ਕੌਮਾਂ ਦੇ ਵਿੱਚ ਪ੍ਰਚਾਰ ਨਾ ਹੋਇਆ, ਜਿੰਨਾ ਚਿਰ ਸਾਰੀਆਂ ਕੌਮਾਂ ਨੇ ਗਵਾਹੀ ਨਾ ਦਿੱਤੀ, ਉਹਨਾਂ ਚਿਰ ਅੰਤ ਆਉਣਾ ਨਹੀਂ ਹੈ। ਨੰਬਰ 8 ਦੇ ਵਿੱਚ ਲਿਖਿਆ ਕਿ ਇੱਕ ਦਿਨ ਦੁਨੀਆ ਖਤਮ ਜ਼ਰੂਰ ਹੋਵੇਗੀ। ਇੱਕ ਦਿਨ ਜ਼ਰੂਰ ਆ ਕਿ ਇਹ ਜਿਹੜੀ ਦੁਨੀਆ ਉਹ ਖਤਮ ਹੋਵੇਗੀ। ਨੰਬਰ 9 ਦੇ ਵਿੱਚ ਲਿਖਿਆ ਪੂਰੀ ਦੁਨੀਆ ਦਾ ਨਿਆਂ ਜ਼ਰੂਰ ਹੋਵੇਗਾ। ਪੂਰੀ ਦੁਨੀਆ ਦਾ 800 ਕਰੋੜ ਦੀ ਆਬਾਦੀ, ਇਹਨਾਂ ਸਾਰਿਆਂ ਦਾ ਨਿਆਂ ਹੋਵੇਗਾ। ਜਿਹੜੇ ਮਰ ਗਏ ਨੇ, ਜਿਹੜੇ ਉਸ ਤੋਂ ਬਾਅਦ ਜਿਹੜੇ ਜਾਣੇ ਨੇ, ਉਹਨਾਂ ਸਾਰਿਆਂ ਦਾ ਇੱਕ ਦਿਨ ਨਿਆਂ ਜ਼ਰੂਰ ਹੋਵੇਗਾ। ਕੋਈ ਬੰਦਾ ਕਹਿ ਨਹੀਂ ਸਕਦਾ ਕਿ ਮੇਰਾ ਨਿਆਂ ਨਹੀਂ ਹੋਣਾ। ਮੈਂ ਇਸ ਧਰਤੀ ਦੇ ਉੱਤੇ ਜੋ ਕੁਝ ਕੀਤਾ, ਚੰਗਾ ਕੀਤਾ, ਮਾੜਾ ਕੀਤਾ, ਉਹਦੇ ਹਿਸਾਬ ਦੇ ਨਾਲ, ਉਹਦੇ ਕੰਮਾਂ ਦੇ ਹਿਸਾਬ ਦੇ ਨਾਲ ਉਹਦਾ ਇੱਕ ਦਿਨ ਜ਼ਰੂਰ ਨਿਆਂ ਹੋਣਾ। ਜੋ ਕੁਝ ਉਹ ਇਸ ਧਰਤੀ ਦੇ ਉੱਤੇ ਬੀਜ ਕੇ ਗਿਆ, ਜੋ ਕੁਝ ਉਹ ਇਸ ਧਰਤੀ ਦੇ ਉੱਤੇ ਕਰਕੇ ਗਿਆ, ਉਹਦਾ ਇੱਕ ਦਿਨ 100% ਆ ਕਲਾਮ ਦੇ ਮੁਤਾਬਕ ਕਿ ਉਹਦਾ ਨਿਆਂ ਹੋਣਾ। ਦੂਸਰਾ ਕਰੰਥੀਆਂ 5:10 ਦੇ ਵਿੱਚ ਲਿਖਿਆ ਕਿਉਂ ਜੋ ਸਭਨਾਂ ਨੇ ਮਸੀਹ ਦੇ ਨਿਆਂ ਦੇ ਸਿੰਘਾਸਨ ਦੇ ਅੱਗੇ ਪ੍ਰਗਟ ਹੋਣਾ ਅਤੇ ਹਰੇਕ ਜੋ ਕੁਝ ਅਸੀਂ ਸਰੀਰ ਵਿੱਚ ਕੀਤਾ, ਭਾਵੇਂ ਭਲਾ ਭਾਵੇਂ ਬੁਰਾ, ਆਪੋ ਆਪਣੀ ਕਰਨੀ ਦੇ ਅਨੁਸਾਰ ਉਸ ਦਾ ਫਲ ਭੋਗਣ। ਲਿਖਿਆ ਕਿ ਅਸੀਂ ਸਭਨਾਂ ਨੇ ਮਸੀਹ ਦੇ ਸਿੰਘਾਸਨ ਦੇ ਅੱਗੇ ਖੜੇ ਹੋਣਾ, ਪ੍ਰਗਟ ਹੋਣਾ। ਹਰੇਕ ਨੇ ਸਰੀਰ ਦੇ ਵਿੱਚ ਜੋ ਕੰਮ ਕੀਤਾ, ਭਾਵੇਂ ਭਲਾ ਕੀਤਾ ਭਾਵੇਂ ਬੁਰਾ ਕੀਤਾ, ਉਹਦਾ ਇੱਕ ਦਿਨ ਨਿਆਂ, ਇੱਕ ਦਿਨ ਉਹਦਾ ਫਲ ਜ਼ਰੂਰ ਭੋਗੇਗਾ। ਕਲਾਮ ਦੇ ਵਿੱਚ ਲਿਖਿਆ ਕਿ ਸਰੀਰ ਆਤਮਾ ਦੇ ਵਿਰੁੱਧ ਤੇ ਆਤਮਾ ਸਰੀਰ ਦੇ ਵਿਰੁੱਧ, ਯਾਨੀ ਕਿ ਸਾਡੀ ਇੱਕ ਆਲਰੇਡੀ ਲੜਾਈ ਜਿਹੜੀ ਆ ਸਾਡੇ ਅੰਦਰ ਲੱਗੀ ਹੋਈ ਆ। ਆਤਮਾ ਤੇ ਸਰੀਰ ਦੀ ਜਿਹੜੀ ਲੜਾਈ ਆ ਉਹ ਆਪੋ ਵਿੱਚ ਲੱਗੀ ਰਹਿੰਦੀ ਆ। ਹਰ ਸਮੇਂ ਦੇ ਵਿੱਚ ਆਤਮਾ ਸਰੀਰ ਦੇ ਵਿਰੁੱਧ ਆ, ਸਰੀਰ ਆਤਮਾ ਦੇ ਵਿਰੁੱਧ ਆ। ਇਹਨਾਂ ਦੀ ਕਦੀ ਵੀ ਆਪਸ ਦੇ ਵਿੱਚ ਸਹਿਮਤੀ ਹੁੰਦੀ ਨਹੀਂ, ਕਿਉਂਕਿ ਸਰੀਰ ਪਾਪ ਦੇ ਵੱਲ ਲੈ ਕੇ ਜਾਂਦਾ। ਆਤਮਾ ਚਾਹੁੰਦੀ ਆ ਕਿ ਮੈਂ ਉਹ ਕੰਮ ਕਰਾਂ ਜਿਹੜੇ ਇਹਦੇ ਤੋਂ ਜਾਣ ਤੋਂ ਬਾਅਦ ਮੈਨੂੰ ਸਰਨਾ ਨਾ ਪਵੇ, ਦੁੱਖ ਨਾ ਸਹਿਣਾ ਪਵੇ, ਕਿਤੇ ਅੱਗ ਦੀ ਝੀਲ ਦੇ ਵਿੱਚ ਨਾ ਜਾਣਾ ਪਵੇ, ਮੈਂ ਅਨੰਤ ਜੀਵਨ ਦੇ ਵਿੱਚ ਜਾਵਾਂ। ਹਾਲੇਲੂਇਆ।
ਇਸ ਕਰਕੇ ਲਿਖਿਆ ਕਿ ਆਤਮਾ ਸਰੀਰ ਦੇ ਵਿਰੁੱਧ ਔਰ ਸਰੀਰ ਆਤਮਾ ਦੇ ਵਿਰੁੱਧ, ਕਿਉਂ ਜੋ ਸਭਨਾਂ ਨੇ ਮਸੀਹ ਦੇ ਸਿੰਘਾਸਨ ਦੇ ਅੱਗੇ ਖੜੇ ਹੋਣਾ ਔਰ ਜੋ ਕੁਝ ਉਹਨੇ ਕੀਤਾ ਉਹਦਾ ਉਹਨੂੰ ਫਲ ਮਿਲੇਗਾ। ਪ੍ਰਕਾਸ਼ ਦੀ ਪੋਥੀ 20:11 ਦੇ ਵਿੱਚ ਲਿਖਿਆ, ਫਿਰ ਮੈਂ ਇੱਕ ਵੱਡਾ ਅਤੇ ਚਿੱਟਾ ਸਿੰਘਾਸਨ ਉਹਨੂੰ ਜਿਹੜਾ ਉਸ ਉੱਤੇ ਵਿਰਾਜਮਾਨ ਸੀ ਵੇਖਿਆ, ਜਿਸ ਦੇ ਸਾਹਮਣੇ ਧਰਤੀ ਅਤੇ ਆਕਾਸ਼ ਭੱਜ ਗਏ ਅਤੇ ਉਹਨਾਂ ਦੇ ਲਈ ਕੋਈ ਥਾਂ ਨਾ ਮਿਲਿਆ। ਲਿਖਿਆ ਕਿ ਮੈਂ ਸਵਰਗ ਦੇ ਵਿੱਚ ਇੱਕ ਸਿੰਘਾਸਨ ਵੇਖਿਆ, ਕੀ ਵੱਡੇ ਕੀ ਛੋਟੇ ਕੀ ਸਿੰਘਾਸਨ, ਕੀ ਆਕਾਸ਼ ਕੀ ਧਰਤੀ, ਸਾਰਾ ਕੁਝ ਵੇਖਿਆ। ਔਰ ਜਿਹੜੀ ਲਿਖਿਆ ਹੋਇਆ ਕਿ ਧਰਤੀ ਔਰ ਆਕਾਸ਼ ਪਰਮੇਸ਼ਰ ਦੇ ਸਿੰਘਾਸਨ ਦੇ ਅੱਗੋਂ ਹੀ ਭੱਜ ਗਏ। ਇੱਕ ਵੱਡਾ ਸਿੰਘਾਸਨ ਲਿਖਿਆ ਕਿ ਸਵਰਗ ਦੇ ਵਿੱਚ ਲੱਗੇਗਾ ਤੇ ਸਾਰਿਆਂ ਦਾ ਨਿਆਂ ਉਸ ਜਗ੍ਹਾ ਦੇ ਉੱਤੇ ਹੋਵੇਗਾ। ਪ੍ਰਕਾਸ਼ ਦੀ ਪੋਥੀ 20:12 ਦੇ ਵਿੱਚ ਲਿਖਿਆ, ਅਤੇ ਮੈਂ ਮੁਰਦਿਆਂ ਨੂੰ ਕੀ ਵੱਡੇ ਕੀ ਛੋਟੇ ਸਿੰਘਾਸਨ ਦੇ ਅੱਗੇ ਖੜੇ ਵੇਖਿਆ। ਲਿਖਿਆ ਪ੍ਰਕਾਸ਼ ਦੀ ਪੋਥੀ 20 ਦੇ ਵਿੱਚ ਲਿਖਿਆ 12 ਅਧਿਆਇ ਦੇ ਵਿੱਚ ਵਚਨ ਦੇ ਵਿੱਚ ਲਿਖਿਆ ਕਿ ਅਤੇ ਮੈਂ ਮੁਰਦਿਆਂ ਨੂੰ ਕੀ ਵੱਡੇ ਤੇ ਕੀ ਛੋਟੇ ਪਰਮੇਸ਼ਰ ਦੇ ਸਿੰਘਾਸਨ ਦੇ ਅੱਗੇ ਖੜੇ ਵੇਖਿਆ। ਰਾਜਾ ਹੋਵੇ, ਭਿਖਾਰੀ ਹੋਵੇ, ਮੰਤਰੀ ਹੋਵੇ, ਚਾਹੇ ਸੰਤਰੀ, ਕੋਈ ਵੀ ਦੁਨੀਆ ਦਾ ਇਨਸਾਨ ਹੋਵੇ, ਉਹ ਇੱਕ ਦਿਨ ਪਰਮੇਸ਼ਰ ਦੇ ਸਿੰਘਾਸਨ ਦੇ ਅੱਗੇ ਖੜਾ ਹੋਵੇਗਾ। ਅਤੇ ਪੋਥੀਆਂ ਖੋਲੀਆਂ ਗਈਆਂ ਅਤੇ ਇੱਕ ਹੋਰ ਪੋਥੀ ਜਿਹੜੀ ਜੀਵਨ ਦੀ ਪੋਥੀ ਹੈ ਖੋਲੀ ਗਈ ਅਤੇ ਮੁਰਦਿਆਂ ਦਾ ਨਿਉ ਉਹਨਾਂ ਪੋਥੀਆਂ ਵਿੱਚ ਲਿਖੀਆਂ ਹੋਈਆਂ ਗੱਲਾਂ ਤੋਂ ਉਹਨਾਂ ਦੇ ਕੰਮਾਂ ਦੇ ਅਨੁਸਾਰ ਕੀਤਾ ਗਿਆ। ਲਿਖਿਆ ਕਿ ਉਸ ਜਗ੍ਹਾ ਦੇ ਉੱਤੇ ਪੋਥੀਆਂ ਖੋਲੀਆਂ ਗਈਆਂ ਔਰ ਪੋਥੀਆਂ ਦੇ ਦੁਆਰਾ ਉਹਨਾਂ ਦੇ ਕੰਮਾਂ ਦੇ ਮੁਤਾਬਕ, ਉਹਨਾਂ ਦੇ ਗੱਲਾਂ ਦੇ ਮੁਤਾਬਕ ਉਹਨਾਂ ਦਾ ਨਿਆਂ ਕੀਤਾ ਜਾਵੇਗਾ। ਰਸੂਲਾਂ ਦੇ ਕਿਤਾਬ 10:42 ਦੇ ਵਿੱਚ ਲਿਖਿਆ, ਅਤੇ ਉਹਨੇ ਸਾਨੂੰ ਆਗਿਆ ਦਿੱਤੀ ਕਿ ਲੋਕਾਂ ਦੇ ਅੱਗੇ ਪ੍ਰਚਾਰ ਕਰੋ ਅਤੇ ਗਵਾਹੀ ਦਿਓ ਜੋ ਇਹ ਉਹ ਹੈ ਜਿਹੜਾ ਪਰਮੇਸ਼ਰ ਦੀ ਵੱਲੋਂ ਠਹਿਰਾਇਆ ਹੋਇਆ ਹੈ, ਅਤੇ ਭਾਈ ਜਿਉਂਦਿਆਂ ਅਤੇ ਮਰਦਿਆਂ ਦਾ ਨਿਉ ਕਰੇ। ਲਿਖਿਆ ਕਿ ਅਤੇ ਇਹ ਠਹਿਰਾਇਆ ਹੋਇਆ ਕਿਨੂੰ? ਪ੍ਰਭੂ ਯਿਸੂ ਮਸੀਹ ਨੂੰ ਠਹਿਰਾਇਆ ਵਾ ਕਿ ਉਹ ਜਿਉਂਦਿਆਂ ਦਾ ਤੇ ਮੁਰਦਿਆਂ ਦਾ ਨਿਉ ਕਰੇ, ਹਿਸਾਬ ਲਵੇ, ਉਹਨਾਂ ਦੇ ਕੰਮਾਂ ਦਾ ਹਿਸਾਬ ਲਵੇ। ਹਾਲੇਲੂਇਆ, ਹਾਲੇਲੂਇਆ। ਇਸ ਕਰਕੇ ਕਿ ਸਾਨੂੰ ਇਹਨਾਂ 9 ਗੱਲਾਂ ਦੇ ਉੱਤੇ ਪਤਾ ਹੋਣਾ ਚਾਹੀਦਾ ਕਿ ਇਹ 9 ਗੱਲਾਂ ਕਿਹੜੀਆਂ ਨੇ। ਪਹਿਲੀ ਆ ਕਿ ਪਰਮੇਸ਼ਰ ਹੈ, ਦੂਜੀ ਆ ਕਿ ਸ੍ਰਿਸ਼ਟੀ ਜਿਹੜੀ ਆ, ਧਰਤੀ ਜਿਹੜੀ ਪਰਮੇਸ਼ਰ ਨੇ ਬਣਾਈ। ਤੀਜਾ ਸ਼ੈਤਾਨ ਹੈ। ਚੌਥਾ ਲਿਖਿਆ ਹੋਇਆ ਕਿ ਮਨੁੱਖ ਪਾਪੀ ਆ। ਪੰਜਵਾਂ ਲਿਖਿਆ ਕਿ ਪਾਪ ਦਾ ਇੱਕ ਵੀ ਹੱਲ ਨਹੀਂ ਆ। ਛੇਵਾਂ ਲਿਖਿਆ ਕਿ ਮਰਨ ਤੋਂ ਬਾਅਦ ਵੀ ਜੀਵਨ ਹੈਗਾ। ਸੱਤਵਾਂ ਲਿਖਿਆ ਕਿ ਯਿਸੂ ਇੱਕ ਦਿਨ ਜ਼ਰੂਰ ਵਾਪਸ ਆਵੇਗਾ। ਅੱਠਵਾਂ ਲਿਖਿਆ ਕਿ ਦੁਨੀਆ ਦੇ ਇੱਕ ਦਿਨ ਜ਼ਰੂਰ ਖਤਮ ਹੋ, ਇਹ ਜਿਹੜੀ ਦੁਨੀਆ ਵਾ ਇੱਕ ਦਿਨ ਜ਼ਰੂਰ ਖਤਮ ਹੋ ਜਾਵੇਗੀ। ਤੇ ਲਾਸਟ ਦੇ ਵਿੱਚ ਲਿਖਿਆ ਕਿ ਪੂਰੀ ਦੁਨੀਆ ਦਾ ਨਿਆਂ ਜ਼ਰੂਰ ਹੋਵੇਗਾ। ਪੂਰੀ ਦੁਨੀਆ ਦਾ ਇੱਕ ਦਿਨ ਨਿਆਂ ਜ਼ਰੂਰ ਹੋਵੇਗਾ। ਸੋ ਪਰਮੇਸ਼ਰ ਤੁਹਾਨੂੰ ਅੱਜ ਦੇ ਕਲਾਮ ਦੇ ਜਰੀਏ ਪਰੇ ਜਾਣ ਤੇ ਬਹੁਤ ਸਾਰੀ ਆਸ਼ੀਸ਼ ਔਰ ਬਰਕਤ ਦੇਵੇ।